बहुत ही प्यारे बच्चों, अज आप पढ़ांगे विधाता सिंह तीर जी दियां रचनावां। पर उस तो पहला आपां उन्हां दी जिंदगी दी थोड़ी जी झलक तुहाडे सामने पेश करदे हां। विधाता सिंह तीर जी दा जन्म पिता सरदार हीरा सिंह ਅਤੇ माता कानी देवी दे घर पिंड घगरोट ਜ਼ਿਲ੍ਹਾ रावलपिंडी पाकिस्तान विच 15 अगस्त 1901 ईस्वी ਨੂੰ ਹੋਇਆ। ਭਾਵੇਂ ਆਪ ਨੂੰ ਬਕਾਇਦਾ ਵਿਦਿਆ ਪ੍ਰਾਪਤੀ ਦਾ ਸੁਭਾਗ ਪ੍ਰਾਪਤ ਨਾ ਹੋਇਆ, ਪਰ ਆਪ ਨੇ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਲਿਖਣਾ ਸ਼ੁਰੂ ਕਰ ਦਿੱਤਾ। ਵਿਧਾਤਾ ਸਿੰਘ ਤੀਰ ਕਵੀ ਦਰਬਾਰਾਂ ਦੀ ਸ਼ਾਨ ਸਮਝੇ ਜਾਂਦੇ ਸਨ। ਆਪ ਨੇ ਬਹੁਤੀ ਧਾਰਮਿਕ ਅਤੇ ਸਟੇਜੀ ਕਵਿਤਾ ਲਿਖੀ। ਸਰਲਤਾ, ਸਪਸ਼ਟਤਾ ਤੇ ਸਾਦਗੀ ਆਪ ਦੀ ਕਾਵਿ ਸ਼ੈਲੀ ਦੇ ਮੁੱਖ ਗੁਣ ਹਨ। ਤੀਰ ਜੀ ਦਾ ਦੇਹਾਂਤ 1973 ਈਸਵੀ ਵਿੱਚ ਹੋਇਆ। ਆਪ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ: ਅਣਖੀਲੇ ਤੀਰ, ਨਵੇਂ ਨਿਸ਼ਾਨੇ, ਗੂੰਗੇ ਗੀਤ, ਕਾਲ ਕੂਕਾਂ, ਬੰਦਾ ਸਿੰਘ ਬਹਾਦਰ ਅਤੇ ਦਸ਼ਮੇਸ਼ ਦਰਸ਼ਨ ਆਦਿ। ਬੱਚਿਓ, ਜੋ ਆਪਾਂ ਅੱਜ ਪੜ੍ਹਨ ਜਾ ਰਹੇ ਹਾਂ, ਇਹਨਾਂ ਦੀ ਰਚਨਾ ਸਭ ਤੋਂ ਪਹਿਲਾਂ ਨਵੀਂ ਪੁਰਾਣੀ ਤਹਿਜ਼ੀਬ। ਠੀਕ ਹੈ, ਤੇ ਸਭ ਤੋਂ ਪਹਿਲਾਂ ਬੱਚਿਓ ਮੈਂ ਤੁਹਾਨੂੰ ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗੀ। ਜੋ ਇਹ ਰਚਨਾ ਹੈ ਇਸ ਦੇ ਬਾਰੇ ਵੀ ਨਵੀਂ ਪੁਰਾਣੀ ਤਹਿਜ਼ੀਬ। ਬੱਚਿਓ, ਤਹਿਜ਼ੀਬ ਕੀ ਹੁੰਦੀ ਹੈ? ਤਹਿਜ਼ੀਬ ਹੁੰਦਾ ਸੱਭਿਆਚਾਰ ਨੂੰ ਆਪਾਂ ਕਹਿ ਦਿੰਦੇ ਹਾਂ, ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਪੁਰਾਣਾ ਸੀ ਜੋ ਹੁਣ ਹੈ ਨਾ। ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਪਵਿੱਤਰਤਾ, ਪ੍ਰੇਮ ਪਿਆਰ, ਸਾਊਪਣਾ, ਸੂਰਮਤਾਈ ਤੇ ਸਾਦਗੀ ਆਦਿ ਦੇ ਗੁਣ ਬਹੁਤ ਪ੍ਰਧਾਨ ਸਨ। ਪਰੰਤੂ ਨਵੀਂ ਪੱਛਮੀ ਸੱਭਿਅਤਾ ਵੈਰ ਵਿਰੋਧ, ਲੁੱਚਪੁਣੇ, ਕਿਰਤੀਆਂ ਦੀ ਲੁੱਟ, ਭੁੱਖ ਨੰਗ, ਕਮਜ਼ੋਰ ਸਰੀਰਾਂ ਵਾਲੇ ਗੱਭਰੂ ਤੇ ਨਵੇਂ-ਨਵੇਂ ਫੈਸ਼ਨ ਨਾਲ ਭਰਪੂਰ ਹੈ। ਇਸ ਕਰਕੇ ਇਸ ਨੂੰ ਭਾਰਤ ਦੇ ਮੱਥੇ ਉੱਤੇ ਲੱਗਾ ਕਲੰਕ ਸਮਝਣਾ ਚਾਹੀਦਾ ਹੈ। ਇੱਕ ਤਰ੍ਹਾਂ ਨਾਲ ਪੁਰਾਣੇ ਸੱਭਿਆਚਾਰ ਅਤੇ ਨਵੇਂ ਸੱਭਿਆਚਾਰ ਦੇ ਵਿਚਕਾਰ ਦਾ ਜੋ ਅੰਤਰ ਹੈ ਉਹ ਪੇਸ਼ ਕੀਤਾ ਹੈ ਵੀ ਪਹਿਲਾਂ ਸੱਭਿਆਚਾਰ ਬਹੁਤ ਵਧੀਆ ਸੀ ਤੇ ਹੁਣ ਵਾਲਾ ਸੱਭਿਆਚਾਰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਕਲੰਕ ਹੈ। ਚਲੋ ਫਿਰ ਬੱਚਿਓ ਆਪਾਂ ਵਿਆਖਿਆ ਕਰਦੇ ਹਾਂ। ਤੇ ਵਿਆਖਿਆ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਸੰਗ ਦੱਸ ਦੇਵਾਂ, ਹੈ ਨਾ। ਪ੍ਰਸੰਗ ਦੇ ਵਿੱਚ ਆਪਾਂ ਸਾਰੀ ਦੀ ਸਾਰੀ ਜੋ ਕਵਿਤਾ ਹੈ ਉਸ ਦੇ ਵਿੱਚ ਇਹੋ ਪ੍ਰਸੰਗ ਲਿਖਣਾ ਹੈ। ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਜੀ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤ ਦੀ ਪੁਰਾਣੀ ਸੱਭਿਅਤਾ ਦੇ ਖੁੱਸਣ ਮਤਲਬ ਖੋਹੇ ਜਾਣ ਤੇ ਦੁੱਖ ਪ੍ਰਗਟ ਕੀਤਾ ਹੈ। ਨਵੀਂ ਪੱਛਮੀ ਸੱਭਿਅਤਾ ਦੇ ਤੌਰ ਤਰੀਕਿਆਂ ਨੂੰ ਕਰਾਰੇ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਪੁਰਾਣੀ ਸੱਭਿਅਤਾ ਦੇ ਜਾਣ ਉੱਤੇ ਦੁੱਖ ਦਾ ਭਾਵ ਪ੍ਰਗਟ ਕਰਦਾ ਹੈ। ਠੀਕ ਹੈ ਬੱਚਿਓ, ਚਲੋ ਫਿਰ ਆਪਾਂ ਵਿਆਖਿਆ ਕਰੀਏ। ਹੱਥ ਵੇਲਾ ਨਹੀਂ ਆਉਂਦਾ ਜੋ ਹੱਥੋਂ ਗਵਾਚ ਗਿਆ, ਵੀ ਜੋ ਹੱਥੋਂ ਗਵਾਚ ਗਿਆ ਉਹ ਵੇਲਾ ਮੁੜ ਕੇ ਨਹੀਂ ਆਉਣਾ। ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ, ਪੱਤਰਾ ਵਾਚ ਗਿਆ ਬੱਚਿਓ, ਖਿਸਕ ਗਿਆ, ਚਲਾ ਗਿਆ, ਵੀ ਉਹ ਮੁੜ ਕੇ ਜਵਾਨੀ ਨਹੀਂ ਆਵੇਗੀ ਜੋ ਇੱਕ ਵਾਰ ਚਲੀ ਗਈ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਵੀ ਦਰਿਆਵਾਂ ਦੇ ਪਾਣੀ ਜੋ ਇੱਕ ਵਾਰ ਚਲੇ ਗਏ ਨੇ, ਪੱਤਣਾ ਉੱਤੋਂ ਲੰਘ ਕੇ ਚਲੇ ਗਏ ਨੇ। ਪਰਤਣਾ ਪੱਤਣਾ ਤੇ ਇਹ ਦਾਨੇ ਕਹਿ ਗਏ ਨੇ, ਦਾਨੇ ਮਤਲਬ ਸਿਆਣੇ ਕਹਿ ਗਏ ਨੇ, ਮੁੜ ਕੇ ਨਹੀਂ ਆਉਂਦੇ। ਤਦਬੀਰ ਲਿਆਏ ਕਿਵੇਂ, ਤਕਦੀਰ ਜੋ ਲੈ ਗਈ ਹੈ, ਤਦਬੀਰ ਮਤਲਬ ਢੰਗ ਤਰੀਕਾ। ਠੀਕ ਹੈ ਨਾ, ਵੀ ਕਿਸਮਤ ਜੋ ਖੋ ਕੇ ਲੈ ਗਈ ਹੈ, ਆਪਣੀ ਬੁੱਧੀ ਨਾਲ ਸੋਚ ਨਾਲ ਅਸੀਂ ਉਹਨੂੰ ਕਿਵੇਂ ਵਾਪਸ ਲਿਆ ਸਕਦੇ ਹਾਂ। ਤਦਬੀਰ ਲਿਆਏ ਕਿਵੇਂ, ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਹੈ, ਵੀ ਸਾਨੂੰ ਗੱਲ ਕਰਨੀ ਪੈ ਗਈ ਹੈ ਜੇ ਗੱਲਾਂ ਚੱਲ ਰਹੀਆਂ ਨੇ ਤਾਂ। ਠੀਕ ਹੈ ਨਾ, ਚਲੋ ਫਿਰ ਅੱਗੇ। ਤਹਿਜ਼ੀਬ ਗਵਾਈ ਨਹੀਂ, ਅਸੀਂ ਅਕਲ ਗਵਾ ਲਈ ਹੈ, ਵੀ ਸਾਡੀ ਜਿਹੜੀ ਤਹਿਜ਼ੀਬ ਆ, ਸੱਭਿਆਚਾਰ, ਅਸੀਂ ਉਹ ਨਹੀਂ ਭੁਲਾਇਆ, ਸਗੋਂ ਆਪਣੀ ਅਕਲ ਹੀ ਅਸੀਂ ਗਵਾ ਲਈ ਹੈ। ਕਪਲਾ ਗਊ ਦੇ ਘਰੋਂ ਇੱਕ ਖੋਤੀ ਵਟਾ ਲਈ ਹੈ। ਬੱਚੋ, ਕਪਲਾ ਗਊ ਕੀ ਹੁੰਦੀ ਹੈ? ਭੂਰੇ ਜਾਂ ਚਿੱਟੇ ਰੰਗ ਦੀ ਗਾਂ। ਠੀਕ ਹੈ ਨਾ, ਹਿੰਦੂਆਂ ਦੇ ਵਿੱਚ ਇਹ ਗਊ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਕਿਉਂਕਿ ਇੱਕ ਹੈ ਵੀ ਇੱਕ ਰਿਸ਼ੀ ਕੋਲ ਇੱਕ ਕਪਲਾ ਗਊ ਹੁੰਦੀ ਸੀ। ਮਤਲਬ ਉਹ ਸਾਰੇ ਦੇ ਸਾਰੇ ਪਦਾਰਥ ਖਾਣ ਪੀਣ ਵਾਸਤੇ ਸਾਰਾ ਕੁਛ ਉਹਨੂੰ ਪ੍ਰਦਾਨ ਕਰ ਦਿੰਦੀ ਸੀ। ਠੀਕ ਹੈ ਨਾ, ਰਾਜੇ ਨੇ ਕੋਸ਼ਿਸ਼ ਕੀਤੀ ਸੀ ਉਹਨੂੰ ਲਿਜਾਣ ਦੀ, ਪਰ ਉਹ ਨਾਲ ਜਾ ਸਕਿਆ। ਇਸ ਕਰਕੇ ਕਪਲਾ ਗਊ ਨੂੰ ਬਹੁਤ ਪਵਿੱਤਰ
ਮੰਨਿਆ ਜਾਂਦਾ ਹੈ। ਖੋਤੀ ਵਟਾ ਲਈਏ, ਖੋਤੀ ਮਤਲਬ ਇੱਕ ਤਰ੍ਹਾਂ ਨਾਲ ਭਾਰ ਹੀ ਚੁੱਕਦੀ ਹੈ ਵੀ ਹੋਰ ਕੋਈ ਨਹੀਂ, ਕਪਲਾ ਤੋਂ ਇੰਨੇ ਵਰ ਮਿਲਨੇ ਸੀ ਵੀ ਖੋਤੀ 'ਚੋਂ ਸਾਨੂੰ ਕੋਈ ਵੀ ਵਰ ਪਦਾਰਥ ਕੁਛ ਵੀ ਨਹੀਂ ਮਿਲਣਾ, ਠੀਕ ਹੈ ਨਾ। ਦੁੱਧ ਪੀਣੋਂ ਰਹਿ ਗਏ ਹਾਂ, ਲਿੱਦ ਝੋਲੀ ਪਾ ਲਈ ਹੈ, ਵੀ ਦੁੱਧ ਪੀਣੋਂ ਰਹਿ ਗਏ ਅਸੀਂ, ਗਾਂ ਵੇਚਤੀ ਅਸੀਂ ਅਤੇ ਲਿੱਦ ਝੋਲੀ ਪਾ ਲਈ ਹੈ, ਵੀ ਲਿੱਦ ਮਤਲਬ ਚੱਕਣੀ ਪੈ ਗਈ ਹੈ ਸਾਨੂੰ। ਕੀ ਲਈ ਤਹਿਜ਼ੀਬ ਨਵੀਂ, ਗਲ ਜ਼ਹਿਮਤ ਪਾ ਲਈ ਹੈ। ਜ਼ਹਿਮਤ ਕੀ ਹੁੰਦਾ ਬੱਚਿਓ, ਵੀ ਕੋਈ ਜਿਹੜਾ ਦੁੱਖ ਹੋਵੇ, ਦਲਿੱਦਰ ਹੋਵੇ, ਰੋਗ ਹੋਵੇ, ਵੀ ਇਹ ਤਹਿਜ਼ੀਬ ਤਾਂ ਕੀ ਲਈ ਆਪਾਂ, ਪਰ ਜ਼ਹਿਮਤ ਪਾ ਲਈ ਗਲ। ਜੇ ਇਹ ਵੀ ਆਖ ਦਈਏ ਮਾਸਾ ਨਹੀਂ ਝੂਠ ਕੋਈ, ਰਿਸ਼ੀਆਂ ਦੇ ਚੌਂਕੇ ਵਿੱਚ ਪੱਛਮ ਦੀ ਝੂਠ ਕੋਈ, ਵੀ ਜਿਹੜੇ ਰਿਸ਼ੀਆਂ ਦਾ ਚੌਂਕਾ ਸੀ, ਜਿੱਥੇ ਭਾਰਤੀ ਸੱਭਿਅਤਾ ਦੇ ਵਿੱਚ ਰਿਸ਼ੀ ਮੁਨੀਆਂ ਦਾ ਦੇਸ਼ ਸੀ ਇਹ, ਅਤੇ ਹੁਣ ਕੀ ਹੈ ਇੱਥੇ ਪੱਛਮ ਦੀ ਝੂਠ ਆ ਗਈ। ਝੂਠ ਮਤਲਬ ਪੱਛਮੀ ਸੱਭਿਆਚਾਰ ਆ ਇੱਕ, ਅਤੇ ਉਹ ਪੱਛਮੀ ਸੱਭਿਆਚਾਰ ਆਪਣੇ ਤੱਕ ਪਹੁੰਚ ਕੇ ਜੋ ਇੱਥੇ ਪਹੁੰਚੇ ਉਹ ਝੂਠ ਹੀ ਆ ਉਹਨਾਂ ਦੀ, ਵੀ ਉਹ ਸਾਡੇ ਕੋਲ ਇਹ ਪਹੁੰਚ ਕੇ ਆ ਗਈ। ਚੌਂਕੇ ਮਤਲਬ ਚੁੱਲ੍ਹੇ ਚੌਂਕੇ ਨੂੰ ਸਾਫ਼ ਸੁਥਰਾ ਰੱਖਿਆ ਜਾਂਦਾ ਨਾ, ਵੀ ਸਾਡਾ ਇੰਨੀ ਸੱਭਿਅਤਾ ਵਿਸ਼ਾਲ ਸੀ, ਸਾਫ਼ ਸੁਥਰੀ ਸੀ, ਵੀ ਉੱਥੇ ਝੂਠ ਆ ਗਈ ਪੱਛਮ ਦੀ। ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ, ਹੈ ਨਾ, ਵੀ ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ, ਭਾਰਤ ਦਾ ਸਾਊ ਪੁਣਾ ਸਭ ਰਿੰਨ ਕੇ ਖਾ ਬੈਠੀ। ਵੀ ਆਈ ਅੱਗ ਲੈਣ ਸੀ, ਅੰਗਰੇਜ਼ ਭਾਵੇਂ ਇੱਥੇ ਥੋੜ੍ਹੀ ਦੇਰ ਲਈ ਆਏ ਸੀਗੇ ਕਬਜ਼ਾ ਕਰਕੇ, ਪਰ ਫਿਰ ਉਹ ਤਾਂ ਭਾਵੇਂ ਚਲੇ ਗਏ, ਪਰ ਸਾਰੀ ਜ਼ਿੰਦਗੀ ਵਾਸਤੇ ਆਪਾਂ ਉਹਨਾਂ ਦੇ ਗੁਲਾਮ ਬਣ ਕੇ ਰਹਿ ਗਏ। ਵੀ ਜੋ ਸਾਊਪਣਾ ਸੀ ਸਾਡਾ, ਚਲਾਕੀਆਂ ਨਹੀਂ ਸੀ, ਭੋਲੇ ਭਾਲੇ ਲੋਕ ਸੀ, ਅਤੇ ਉਹ ਸਾਰੇ ਦੇ ਸਾਰੇ ਮਤਲਬ ਹੁਣ ਚਲੇ ਗਏ। ਵੀ ਹੁਣ ਕੀ ਆਪਣੇ ਪੱਛਮੀ ਸੱਭਿਆਚਾਰ ਹੈ ਜਿਹੜਾ ਉਹ ਚਾਰੇ ਪਾਸੇ ਵੀ ਵੈਰ ਵਿਰੋਧ ਸ਼ੁਰੂ ਹੋ ਗਿਆ, ਨਸ਼ੇ ਕਰਨ ਲੱਗ ਗਏ, ਵੀ ਇੱਦਾਂ ਦਾ ਸਾਰਾ ਹੁਣ ਜੋ ਵੀ ਪੱਛਮੀ ਸੱਭਿਆਚਾਰ ਸੀ, ਠੀਕ ਹੈ ਨਾ, ਉਹ ਇੱਥੇ ਆ ਚੁੱਕਾ ਹੈ। ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਪੱਛਮੀ ਸੱਭਿਆਚਾਰ ਬਹੁਤ ਆ ਗਿਆ, ਜੋ ਸਾਡਾ ਸਾਊਪਣਾ ਸੀ ਉਹ ਕਿਧਰੇ ਉੱਡ ਪੁੱਡ ਗਿਆ। ਜੋ ਅੱਜ ਤੀਕ ਨਹੀਂ ਆਖੀ ਉਹ ਆਖੀ ਜਾਣੀ ਹੈ, ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ। ਵੀ ਜੋ ਅੱਜ ਤੱਕ ਅਸੀਂ ਨਹੀਂ ਸੀ ਕਿਹਾ, ਵੀ ਉਹ ਸਾਨੂੰ ਆਖਣਾ ਪਿਆ, ਵੀ ਸਾਡਾ ਸੱਭਿਆਚਾਰ ਤਾਂ ਇੱਕ ਦੁੱਧ ਦੀ ਵਾਂਗਰ ਸੀ, ਪਰ ਜੋ ਅੱਜ ਕੱਲ੍ਹ ਹੈ ਇਹ ਫੁੱਟ ਦਾ ਪਾਣੀ ਹੈ, ਮਤਲਬ ਇਹ ਕੁਛ ਵੀ ਨਹੀਂ ਹੈ ਇਹਦੇ ਵਿੱਚ। ਉਹ ਜੀਵਨ ਦਿੰਦੀ ਸੀ, ਇਹ ਜੀਵਨ ਲੈਂਦੀ ਹੈ, ਵੀ ਉਹ ਜੀਵਨ ਦਿੰਦੀ ਸੀ ਸਾਨੂੰ, ਇਹ ਕੀ ਹੈ ਜੀਵਨ ਲੈਂਦੀ ਹੈ। ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਵੀ ਜੋ ਪੁਰਾਣੀ ਸੱਭਿਅਤਾ ਸੀ ਉਹ ਜੀਵਨ ਦਾਤੀ ਸੀ, ਖਾਣ ਨੂੰ ਦਿੰਦੀ ਸੀ, ਪਰ ਇਹ ਸਾਨੂੰ ਖਾਣ ਨੂੰ ਪੈਂਦੀ ਹੈ, ਮਤਲਬ ਇੱਕ ਦੂਜੇ ਦੇ ਅਸੀਂ ਦੁਸ਼ਮਣ ਬਣ ਗਏ ਹਾਂ। ਉਹ ਬਾਂਹ ਬਣਾਉਂਦੀ ਸੀ, ਇਹ ਬਾਹਾਂ ਭੰਨਦੀ ਹੈ, ਮਤਲਬ ਇੱਕ ਦੂਜੇ ਦੇ ਬਾਹਾਂ ਬਣਨੀਆਂ ਮਤਲਬ ਸਹਾਰਾ ਬਣਨਾ। ਵੀ ਉਦੋਂ ਲੋਕ ਇੱਕ ਦੂਜੇ ਦੇ ਸਹਾਰੇ ਬਣਦੇ ਸੀ, ਪਰ ਅੱਜ ਕੱਲ੍ਹ ਇੱਕ ਦੂਜੇ ਨੂੰ ਲੋਕ ਛੁਰੀਆਂ ਚਲਾਉਂਦੇ। ਵੀ ਪਹਿਲਾਂ ਭਰਾਵਾਂ ਵਰਗਾ ਸਾਕ ਹੁੰਦਾ ਸੀ, ਅੱਜ ਕੱਲ੍ਹ ਲੋਕ ਨਫ਼ਰਤਾਂ ਦੇ ਵਿੱਚ ਪੈ ਗਏ ਨੇ। ਉਹ ਭੋਲੀ ਭਾਲੀ ਸੀ, ਇਹ ਚੰਚਲ ਮਨ ਦੀ ਹੈ, ਵੀ ਮਤਲਬ ਇਹ ਚੰਚਲ ਵੀ ਅਸਥਿਰ ਹੈ, ਇਹਦਾ ਕੋਈ ਸਥਿਰ ਨਹੀਂ ਹੈਗਾ। ਉਹ ਭੋਲੀ ਭਾਲੀ ਸੀ ਇਹ, ਵੀ ਅੱਜ ਜਿੱਧਰ ਮਤਲਬ ਹੁੰਦਾ ਲੋਕ ਉੱਧਰ ਹੋ ਜਾਂਦੇ ਨੇ, ਹੈ ਨਾ, ਇੱਦਾਂ ਦਾ ਕਵੀ ਨੇ ਬਿਆਨ ਕੀਤਾ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ, ਵੀ ਉਹ ਉਦੋਂ ਲੋਕ ਕਦਰ ਕਰਦੇ ਸੀ, ਵੀਰ ਬਣਾਉਣਾ ਮਤਲਬ ਇੱਕ ਦੂਜੇ ਨੂੰ ਭਾਈਚਾਰੇ ਨੂੰ ਪਸੰਦ ਕਰਦੇ ਸੀ, ਪਰ ਅੱਜ ਕੱਲ੍ਹ ਇਹ ਲੜਦੇ ਨੇ ਲੋਕ ਅੱਜ ਕੱਲ੍ਹ ਦੇ ਸੱਭਿਆਚਾਰ 'ਚ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਸੁੱਕਣੇ ਪਾਉਣਾ ਇੱਕ ਤਰ੍ਹਾਂ ਨਾਲ ਆਪਾਂ ਅਖੌਤ ਹੈ ਆਪਣੀ, ਵੀ ਸੁੱਕਣੇ ਪਾ ਛੱਡਣਾ, ਵੀ ਮਤਲਬ ਉਹ ਛਾਵੇਂ ਸੁੱਟਦੀ ਸੀ, ਮਤਲਬ ਦਿਲਾਂ ਨੂੰ ਸਕੂਨ ਦਿੰਦੀ ਸੀ, ਵੀ ਇਹ ਸੁੱਕਣੇ ਪਾਉਂਦੀ ਹੈ, ਵੀ ਇਹਦੇ ਵਿੱਚ ਹਲਚਲ ਰਹਿੰਦੀ ਹੈ, ਬੇਚੈਨੀ ਰਹਿੰਦੀ ਹੈ, ਨਫ਼ਰਤ ਚਾਰੇ ਪਾਸੇ ਫੈਲੀ ਹੋਈ ਹੈ। ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ। ਵੀ ਇੱਕ ਜਣਾ ਕੰਮ ਕਰਦਾ ਸੀ ਅਤੇ ਸਾਰੇ ਮਿਲ ਕੇ ਖਾਂਦੇ ਸੀ, ਖੁਸ਼ ਰਹਿੰਦੇ ਸੀ। ਪਰ ਅੱਜ ਕੱਲ੍ਹ ਇਹੋ ਜਿਹਾ ਕੁਝ ਨਹੀਂ ਹੈ ਬੱਚਿਓ, ਜੇ ਸਾਰੇ ਵੀ ਕੰਮ ਕਰਦੇ ਨੇ ਤਾਂ ਵੀ ਭੁੱਖਮਰੀ ਬਹੁਤ ਜ਼ਿਆਦਾ ਹੈ। ਆਜ਼ਾਦੀ ਦਾ ਵੇਲਾ ਸੀ, ਲੋਕ ਢੋਲੇ ਗਾਉਣਾ ਮਤਲਬ ਖੁਸ਼ੀਆਂ ਮਨਾਉਣਾ, ਲੋਕ ਢੋਲੇ ਗਾਉਂਦੇ ਸੀ, ਖੁਸ਼ੀਆਂ ਮਨਾਉਂਦੇ ਸੀ। ਇਸ ਵਿੱਚ ਮਰ ਮਰ ਕੇ ਵੀ ਸਭ ਭੁੱਖੇ ਮਰਦੇ ਹਨ, ਚਾਹੇ ਦਿਨ ਰਾਤ ਮਿਹਨਤ ਕਰਨ ਫਿਰ ਵੀ ਲੋਕ ਭੁੱਖੇ ਮਰਦੇ ਨੇ। ਹੌਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ, ਵੀ ਹੌਕੇ ਭਰਦੇ ਨੇ ਉਹ ਭੁੱਖੇ ਰਹਿ ਕੇ, ਪਰ ਪੇਟ ਨਹੀਂ ਭਰਦੇ। ਕਿਰਤੀ ਦੀ ਛਾਤੀ 'ਤੇ ਇਹ ਮੂੰਗ ਪਈ ਦਲਦੀ ਹੈ, ਵੀ ਇਹ ਮੂੰਗ ਦਲਦੀ ਹੈ ਕਿਰਤੀ ਦੀ ਛਾਤੀ 'ਤੇ। ਮੂੰਗ ਦਲਣਾ ਵੀ ਇੱਕ ਤਰ੍ਹਾਂ ਨਾਲ ਕਹਾਵਤ ਹੀ ਹੈ, ਵੀ ਕਿਸੇ ਨੂੰ ਦੁਖੀ ਕਰਨਾ। ਵੀ ਕਿਰਤੀ 'ਚ ਇਹ ਦਿਨ ਰਾਤ ਕੰਮ ਕਰੀ ਜਾਂਦੇ ਨੇ, ਪਰ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ। ਰਤ ਪੀ ਲਿੱਸਿਆਂ ਦੀ ਇਹਦੀ ਗੋਗੜ ਪਲਦੀ ਹੈ, ਵੀ ਜਿਹੜੇ ਸ਼ਾਹੂਕਾਰ ਨੇ ਉਹ ਕਿਰਤੀਆਂ ਦੇ ਸਿਰ 'ਤੇ ਰਾਜ ਕਰਦੇ ਨੇ, ਉਹ ਮੋਟੇ ਹੋਈ ਜਾਂਦੇ ਨੇ ਵਿਚਾਰੇ। ਕਿਰਤੀ ਦਿਨ ਰਾਤ ਭੁੱਖੇ ਪਿਆਸੇ ਮਿਹਨਤਾਂ ਕਰੀ ਜਾਂਦੇ ਨੇ, ਪਰ ਉਹਨਾਂ ਦੇ ਹੱਥ ਕੁਛ ਵੀ ਨਹੀਂ ਆਉਂਦਾ। ਬਿਜਲੀ ਦੇ ਲਾਟੂ ਜੋ
ਇਹਦੇ ਘਰ ਜਗਦੇ ਨੇ ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਨੇ। ਵੀ ਜਿਹੜੇ ਵੱਡੇ ਵੱਡੇ ਸ਼ਾਹੂਕਾਰਾਂ ਦੇ ਘਰ ਬਿਜਲੀ ਦੇ ਲਾਟੂ ਬੱਲਬ ਜਗਦੇ ਨੇ, ਇੱਦਾਂ ਲੱਗਦਾ ਵੀ ਉਹ ਗਰੀਬਾਂ ਦੇ ਨੈਣ ਨੇ, ਮਤਲਬ ਗਰੀਬਾਂ ਦੇ ਲਹੂ ਨਾਲ ਸਿੰਜੇ ਹੋਏ ਨੇ, ਕਿਉਂਕਿ ਉਹ ਮਿਹਨਤ ਕਰਦੇ ਨੇ। ਖੱਲ ਲਾ ਲਾ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ, ਪੀ ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਮਤਲਬ ਉਹਨਾਂ ਦਾ ਜਿਹੜਾ ਪਰਿਵਾਰ ਆ, ਉਹਨਾਂ ਦੀਆਂ ਘਰ ਵਾਲੀਆਂ ਨੇ, ਸਾਰਾ ਟੱਬਰ ਹੈ, ਉਹ ਜਿੰਨੇ ਵੀ ਲਿਸ਼ਕਣੇ ਕੱਪੜੇ ਪਾਉਂਦੇ ਨੇ ਉਹ ਸਾਰੇ ਗਰੀਬਾਂ ਦੀ ਖੱਲ ਹੈ। ਮਤਲਬ ਗਰੀਬ ਜੇ ਹੱਡ ਤੋੜਵੀਂ ਮਿਹਨਤ ਕਰਦੇ ਨੇ ਤਾਂ ਹੀ ਉਹ ਇਹ ਸਭ ਕੁਝ ਪਾ ਸਕਦੇ ਨੇ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਢੰਗ ਨਾਲ ਉਡਾ ਦਿੱਤੀ ਨਾ। ਵੀ ਇੱਥੇ ਇਹ ਇਹੋ ਜਿਹੀ ਹੋਣੀ ਮਤਲਬ ਬੁਰੀ ਹੋਣੀ ਹੈ, ਇਹੋ ਜਿਹੀ ਚੰਦਰੀ ਪੱਛਮੀ ਸੱਭਿਅਤਾ ਆ ਗਈ, ਠੀਕ ਹੈ। ਇਹੋ ਜਿਹੀ ਜਿਹੜੀ ਹੋਣੀ ਵਰਤਾਤੀ ਉਸਨੇ ਕਿ ਭਾਰਤ ਦੇ ਚਿਹਰੇ 'ਤੇ ਪੁਰਾਣੀ ਸੱਭਿਅਤਾ ਦੀ ਜਿਹੜੀ ਲਾਲੀ ਸੀ ਉਹ ਸਾਰੀ ਦੀ ਸਾਰੀ ਇਸਨੇ ਬੜੇ ਤਰੀਕੇ ਨਾਲ ਉਡਾ ਦਿੱਤੀ। ਪਿਛਲੇ ਵਰਿਆਮਾਂ ਦੇ ਵਰਿਆਮ ਹੁੰਦੇ ਨੇ ਬਹਾਦਰ, ਹੁਣ ਨਾਮ ਹੀ ਰਹਿ ਗਏ ਨੇ, ਬਸ ਹੁਣ ਸਿਰਫ ਨਾਂ ਹੀ ਰਹਿ ਗਏ ਨੇ ਬਹਾਦਰਾਂ ਦੇ। ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਨੇ, ਮਤਲਬ ਨਸ਼ਿਆਂ 'ਚ ਵਹਿ ਤੁਰੇ ਨੇ। ਆਪਣੇ ਇੰਨੇ ਜੋਸ਼ੀਲੇ ਨੌਜਵਾਨ ਹੁੰਦੇ ਸੀ ਹੈ ਨਾ, ਅਤੇ ਅੱਜ ਕੱਲ੍ਹ ਤਾਂ ਪਰਛਾਵੇਂ ਹੀ ਰਹਿ ਗਏ ਬਸ ਕਮਜ਼ੋਰ। ਪੈਲੀ ਦੀ ਵਾਟ ਕਰਨ ਤਾਂ ਕੋਠੀ ਹੱਲਦੀ ਹੈ, ਪੈਲੀ ਦੀ ਵਾਟ ਮਤਲਬ ਖੇਤ ਪਾਰ ਕਰਨ ਜਿੰਨਾ ਸਫ਼ਰ, ਠੀਕ ਹੈ ਨਾ। ਵੀ ਮਤਲਬ ਜਦੋਂ ਵੀ ਨੌਜਵਾਨ ਬਿਲਕੁਲ ਨਸ਼ਿਆਂ ਦੇ ਹਵਸ ਦੇ ਵਿੱਚ ਪੈ ਗਏ, ਉਹਨਾਂ ਕੋਲ ਕੁਛ ਵੀ ਨਹੀਂ ਰਿਹਾ ਜੋ ਬਹਾਦਰ ਸੀ, ਠੀਕ ਹੈ ਨਾ। ਨਵੀਂ ਸੱਭਿਅਤਾ ਦੀ ਉਪਜ ਅਜੋਕੇ ਨੌਜਵਾਨ ਨੂੰ ਜੇਕਰ ਇੱਕ ਖੇਤ ਜਿੰਨਾ ਪੈਂਡਾ ਪਾਰ ਕਰਨਾ ਪੈ ਜਾਵੇ ਤਾਂ ਇਹਨਾਂ ਦਾ ਦਿਲ ਧੜਕਣ ਲੱਗ ਪੈਂਦਾ ਹੈ। ਮਤਲਬ ਇੰਨੇ ਕਮਜ਼ੋਰ ਨੇ, ਇਹਨਾਂ ਦੇ ਮਿਹਦੇ ਇੰਨੇ ਕਮਜ਼ੋਰ ਹਨ ਕਿ ਮੂੰਗੀ ਦੀ ਦਾਲ ਵੀ ਨਹੀਂ ਪਚਾ ਸਕਦੇ, ਠੀਕ ਹੈ। ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ, ਇੰਨੇ ਜ਼ਿਆਦਾ ਕਮਜ਼ੋਰ ਹੋ ਗਏ। ਪਹਿਲਾਂ ਲੋਕ ਡੱਬਿਆਂ ਦੇ ਡੱਬੇ ਘਿਓ ਦੇ ਪੀ ਜਾਂਦੇ ਸਨ ਨਾ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ 'ਤੇ, ਇਸ ਕੈਂਚੀ ਧਰ ਦਿੱਤੀ ਕੁੜੀਆਂ ਦੇ ਕੇਸਾਂ 'ਤੇ। ਅਜੋਕੀ ਨਵੀਂ ਸੱਭਿਅਤਾ ਵਿੱਚ ਪੁਰਾਣੇ ਪਹਿਰਾਵੇ ਇਸ ਤਰ੍ਹਾਂ ਅਲੋਪ ਹੋ ਗਏ ਹਨ ਜਿਵੇਂ ਉਹਨਾਂ ਉੱਪਰ ਕੋਈ ਬਿਜਲੀ ਟੁੱਟ ਪਈ ਹੋਵੇ। ਪੁਰਾਣੀ ਸੱਭਿਅਤਾ ਵਿੱਚ ਕੁੜੀਆਂ ਦੇ ਲੰਮੇ ਲੰਮੇ ਵਾਲ ਸੀ, ਪਰ ਅੱਜ ਕੱਲ੍ਹ ਕੁੜੀਆਂ ਦੇ ਵਾਲ ਕਟਾ ਦਿੱਤੇ ਗਏ ਹਨ। ਕੀ ਹੈ ਤਹਿਜ਼ੀਬ ਨਵੀਂ, ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ ਇੱਕ ਤੌਕ ਗੁਲਾਮੀ ਦਾ। ਤੌਕ ਕੀ ਹੁੰਦਾ ਬੱਚਿਓ? ਪਟਾ ਪਾਇਆ ਹੋਇਆ, ਅਪਰਾਧੀ ਦੇ ਗਲ ਵਿੱਚ ਪਾਇਆ ਜਾਣ ਵਾਲਾ ਪਟਾ, ਠੀਕ ਹੈ ਨਾ। ਵੀ ਇਹ ਨਵੀਂ ਤਹਿਜ਼ੀਬ ਨਹੀਂ, ਸਗੋਂ ਪੱਛਮ ਦਾ ਪਾਇਆ ਹੋਇਆ ਇੱਕ ਪਟਾ ਹੈ, ਉਹਨਾਂ ਦੀ ਨਿਸ਼ਾਨੀ ਹੈ। ਬੱਚੋ ਬਹੁਤ ਸੋਹਣਾ ਲਿਖਿਆ ਕਵੀ ਨੇ, ਕਮਾਲ ਹੀ ਕਰ ਦਿੱਤਾ। ਅਤੇ ਕੇਂਦਰੀ ਭਾਵ ਵੀ ਇਹੀ ਹੈ ਵੀ ਜੋ ਪੁਰਾਣੀ ਸੱਭਿਅਤਾ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ, ਬੜੇ ਬਹਾਦਰ ਲੋਕ ਸੀ, ਪਹਿਰਾਵੇ ਵਧੀਆ ਸੀ, ਖਾਣ ਪੀਣ ਵਧੀਆ ਸੀ। ਪਰ ਅੱਜ ਕੱਲ੍ਹ ਲੋਕ ਕਮਜ਼ੋਰ ਹੋ ਗਏ ਨੇ, ਪਹਿਰਾਵੇ ਨਹੀਂ ਸਹੀ ਰਹੇ, ਬੋਲੀ ਨਹੀਂ ਸਹੀ ਰਹੀ, ਠੀਕ ਹੈ ਨਾ। ਲੋਕ ਲੜਦੇ ਨੇ ਆਪਸ 'ਚ, ਭਾਈਚਾਰਾ ਨਹੀਂ ਰਿਹਾ, ਠੀਕ ਹੈ ਬੱਚੋ। ਅਤੇ ਉਸ ਤੋਂ ਬਾਅਦ ਆ ਗਏ ਪ੍ਰਸ਼ਨ ਉੱਤਰ। ਨਵੀਂ ਪੁਰਾਣੀ ਤਹਿਜ਼ੀਬ, ਨੌਜਵਾਨ ਹਿੰਦੀ ਨੂੰ ਕਵਿਤਾ ਕਿਸ ਦੀ ਰਚਨਾ ਹੈ? ਵਿਧਾਤਾ ਸਿੰਘ ਧੀਰ ਜੀ ਦੀ। ਨਵੀਂ ਪੁਰਾਣੀ ਤਹਿਜ਼ੀਬ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਹੈ? ਨਹੀਂ ਜੀ। ਜੋ ਪਾਣੀ ਇੱਕ ਵਾਰੀ ਲੰਘ ਜਾਂਦਾ ਹੈ ਇਹਨਾਂ ਦੀ ਰਚਨਾ ਵਿਧਾਤਾ ਸਿੰਘ ਧੀਰ ਦੀ। ਕਵੀ ਅਨੁਸਾਰ ਆਪਣੀ ਤਹਿਜ਼ੀਬ ਗੁਆ ਕੇ ਅਸਲ ਵਿੱਚ ਕੀ ਗੁਆ ਲਿਆ ਹੈ? ਆਪਣੀ ਅਕਲ। ਕਵੀ ਅਨੁਸਾਰ ਪੁਰਾਣੀ ਤਹਿਜ਼ੀਬ ਕਿਸ ਦੇ ਬਰਾਬਰ ਸੀ? ਕਪਲਾ ਗਊ ਦੇ ਬਰਾਬਰ। ਨਵੀਂ ਤਹਿਜ਼ੀਬ ਖੋਤੀ ਨਾਲ। ਕਵੀ ਨਵੀਂ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ? ਝੂਠ ਪੱਛਮ ਦੀ। ਕਵੀ ਕਿਸ ਨੂੰ ਫੁੱਟਦਾ ਪਾਣੀ ਕਹਿੰਦਾ ਹੈ? ਪੱਛਮੀ ਤਹਿਜ਼ੀਬ ਨੂੰ। ਕਿਹੜੀ ਤਹਿਜ਼ੀਬ ਕਿਰਤੀ ਦੀ ਛਾਤੀ 'ਤੇ ਮੂੰਗ ਦਲਦੀ ਹੈ? ਪੱਛਮੀ ਸਰਮਾਏਦਾਰ ਤਹਿਜ਼ੀਬ। ਪੱਛਮੀ ਸੱਭਿਅਤਾ ਵਿੱਚ ਸਰਮਾਏਦਾਰ ਜੋ ਜ਼ਿਮੀਂਦਾਰ ਨੇ ਵੱਡੇ ਵੱਡੇ, ਕਿਸ ਦੀ ਖੂਬ ਖੱਲ ਲਾਉਂਦਾ ਹੈ? ਕਿਰਤੀਆਂ ਦੀ। ਕਵੀ ਨੂੰ ਅੱਜ ਕੱਲ੍ਹ ਦੇ ਗੱਭਰੂ ਕੀ ਜਾਪਦੇ ਨੇ? ਪਰਛਾਵੇਂ। ਸਰਮਾਏਦਾਰ ਆਪਣੀਆਂ ਜਿਹੜੀਆਂ ਔਰਤਾਂ ਲਈ ਪਾਊਡਰ ਕਿੱਥੋਂ ਤਿਆਰ ਕਰਦੇ ਹਨ? ਮਜ਼ਦੂਰਾਂ ਦੀਆਂ ਹੱਡੀਆਂ ਤੋਂ, ਲਹੂ ਤੋਂ। ਕਵੀ ਕਿਸ ਨੂੰ ਗੁਲਾਮੀ ਦਾ ਤੌਕ ਮਤਲਬ ਪਟਾ ਕਹਿੰਦਾ ਹੈ? ਪੱਛਮੀ ਤਹਿਜ਼ੀਬ ਦੀ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆ ਗਿਆ ਨੌਜਵਾਨ ਹਿੰਦੀ ਨੂੰ। ਬੱਚੋ ਇਸ ਦੇ ਵਿੱਚ ਨੌਜਵਾਨ ਹੈ ਜਿਹੜਾ ਮਤਲਬ ਪੰਜਾਬ ਦਾ, ਭਾਰਤ ਦੇ ਨੌਜਵਾਨ ਨੂੰ ਵੰਗਾਰਿਆ ਗਿਆ ਹੈ ਕਵੀ ਵੱਲੋਂ ਵੀ ਤੂੰ ਦੇਸ਼ ਲਈ ਬਹੁਤ ਕੁਝ ਕਰ ਸਕਦਾ, ਵੀ ਤੂੰ ਕਰ, ਦੇਸ਼ ਭਗਤ ਬਣ। ਕਿਉਂਕਿ ਜਿਵੇਂ ਦੇ ਤੁਸੀਂ ਅੱਜ ਹੈਗੇ ਹੋ, ਤੁਸੀਂ ਆਪਣੇ ਆਪ ਨੂੰ ਉੱਦਾਂ ਦੇ ਰੱਖੋ ਬੱਚੋ, ਤਾਂ ਹੀ ਦੇਸ਼ ਤਰੱਕੀ ਕਰੇਗਾ। ਤੁਸੀਂ ਨਸ਼ਿਆਂ 'ਚ ਪੈ ਗਏ ਤਾਂ ਕਹਿਣਗੇ ਵੀ ਦੇਸ਼ ਨਸ਼ਿਆਂ 'ਚ ਪੈ ਗਿਆ, ਠੀਕ ਹੈ, ਤੁਹਾਡੇ ਨਾਲ ਹੀ ਦੇਸ਼ ਹੈ। ਪਰਵਾਨਾ ਬਣ ਕੇ ਦੱਸ ਤੂੰ ਹਿੰਦੁਸਤਾਨ ਦਾ, ਵੀ ਤੂੰ ਪਰਵਾਨਾ ਬਣ ਜਾ, ਪਤੰਗਾ ਬਣ ਜਾ, ਦੇਸ਼ ਲਈ ਕੁਰਬਾਨ ਹੋ ਜਾ। ਪਤੰਗੇ ਕੀ ਹੁੰਦੇ ਨੇ ਬੱਚਿਓ? ਅੱਗ ਦੀ ਲਾਟ ਨੂੰ ਇੰਨਾ ਪਿਆਰ ਕਰਦੇ ਹੁੰਦੇ ਨੇ, ਉਹਦੇ ਉੱਤੇ ਜਾਨ ਕੁਰਬਾਨ ਕਰ ਦਿੰਦੇ ਨੇ ਆਪਣੀ।
ਡੰਕਾ ਵਜਾ ਦੇ ਸ਼ੇਰਾ ਤੂੰ, ਭਾਰਤ ਦੀ ਸ਼ਾਨ ਦਾ, ਵੀ ਭਾਰਤ ਦੀ ਸ਼ਾਨ ਦਾ ਡੰਕਾ ਵਜਾ ਦੇਣਾ ਮਤਲਬ ਮਸ਼ਹੂਰ ਕਰ ਦੇ। ਭਾਰਤ ਲਈ ਸ਼ਹੀਦ ਜੇ ਲੜਦਾ ਵੀ ਹੋ ਗਿਓ, ਠੀਕ ਹੈ ਨਾ, ਭਾਰਤ ਲਈ ਤੂੰ ਲੜਦਾ ਹੋਇਆ ਸ਼ਹੀਦ ਵੀ ਹੋ ਗਿਓ। ਤਾਰਾ ਬਣੇਗਾ ਜਗਤ ਦੇ, ਫਿਰ ਅਸਮਾਨ ਦਾ, ਤੂੰ ਤਾਰਾ ਹੀ ਬਣੇਗਾ ਅਸਮਾਨ ਦਾ, ਠੀਕ ਹੈ ਨਾ। ਤੇ ਪ੍ਰਸੰਗ ਕਿੱਦਾਂ ਲਿਖਣਾ ਬੱਚਿਓ, ਵੀ ਇਹ ਕਾਵਿ ਟੁੱਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਜੀ ਦੀ ਕਵਿਤਾ ਨੌਜਵਾਨ ਹਿੰਦੀ ਨੂੰ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੂੰ ਆਪਣੇ ਦੇਸ਼ ਭਾਰਤ ਦੀ ਆਨ ਸ਼ਾਨ ਤੇ ਆਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਜਾਨ ਦੀ ਬਾਜ਼ੀ ਲਾਉਣ ਲਈ ਵੰਗਾਰਦਾ ਹੈ, ਠੀਕ ਹੈ ਨਾ। ਹਰ ਕਿਤੇ ਆਪਾਂ ਇੱਦਾਂ ਹੀ ਲਿਖਣਾ ਹੈ ਜਿਹੜੀ ਇਹ ਕਵਿਤਾ ਹੈ। ਉਹ ਨੌਜਵਾਨਾਂ ਅੱਖ ਹੈ ਤੇਰੇ ਤੇ ਦੇਸ਼ ਦੀ, ਵੀ ਉਹ ਨੌਜਵਾਨ ਤੇਰੇ ਤੇ ਦੇਸ਼ ਦੀ ਅੱਖ ਹੈ, ਠੀਕ ਹੈ ਨਾ। ਧਿਆਨ ਹੈ ਰਾਖਾਂ ਹੈ ਦੇਸ਼ ਦਾ ਅਤੇ ਕੌਮੀ ਨਿਸ਼ਾਨ ਦਾ, ਮਤਲਬ ਤੂੰ ਦੇਸ਼ ਦਾ ਕੀ ਆ ਬੱਚਿਓ, ਰਾਖਾ ਹੈ, ਠੀਕ ਹੈ ਨਾ। ਕੌਮੀ ਝੰਡੇ ਦਾ ਵੀ ਰਖਵਾਲਾ ਹੈ, ਤੂੰ ਨਿਸ਼ਾਨ ਹੈ। ਸੂਰਾ ਹੈ ਮਤਲਬ ਬਹਾਦਰ ਹੈ, ਤੇਰੀ ਜੱਗ ਨੂੰ ਪਤਾ ਬਹਾਦਰੀ, ਵੀ ਸਾਰੇ ਜੱਗ ਨੂੰ ਤੇਰੀ ਬਹਾਦਰੀ ਦਾ ਪਤਾ ਹੈ। ਪੂਰਾ ਹੈ ਤੂੰ ਜ਼ਬਾਨ ਦਾ ਅਤੇ ਅਣਖ ਆਨ ਦਾ, ਵੀ ਤੂੰ ਪੂਰਾ ਜ਼ੁਬਾਨ ਦਾ ਹੈ, ਜ਼ੁਬਾਨ ਦਾ ਪੱਕਾ ਹੈ, ਅਣਖ ਆਨ ਨੂੰ ਕਾਇਮ ਰੱਖਣ ਵਾਸਤੇ ਕੁਰਬਾਨੀ ਦੇਣ ਵਾਲਾ ਹੈ। ਜੋ ਦੇਸ਼ ਤੇਰੇ ਵੱਲ ਲਾਲਚੀ ਹੋ ਮੂੰਹ ਕਰੇ, ਜੋ ਤੇਰੇ ਦੇਸ਼ ਦੇ ਵੱਲ ਕੀ ਕਰੇ, ਲਾਲਚੀ ਨਿਗਾਹ ਨਾਲ ਕੋਈ ਦੇਖੇ, ਮੂੰਹ ਫੇਰ ਦੇ ਤੂੰ ਅਣਖੀਆ ਐਸੇ ਸ਼ੈਤਾਨ ਦਾ, ਵੀ ਐਸੇ ਸ਼ੈਤਾਨ ਨੂੰ ਕੀ ਕਰਦੇ, ਉਹਦਾ ਮੂੰਹ ਫੇਰਦੇ, ਉਹਨੂੰ ਮਤਲਬ ਦੁਨੀਆ ਤੋਂ ਰੁਖਸਤ ਕਰਦੇ। ਬਣਾ ਕੇ ਦੇਸ਼ ਆਪਣਾ ਸੁਰਗਾਪੁਰੀ ਜਿਹਾ, ਸੁਰਗਾਪੁਰੀ ਮਤਲਬ ਬਹੁਤ ਸੋਹਣਾ ਦੇਸ਼ ਬਣਾ ਦੇ ਤੂੰ। ਕਿਵੇਂ ਬਣਾਵਾਂਗੇ ਆਪਾਂ, ਵਧੀਆ ਸ਼ਾਂਤੀ ਨਾਲ ਰਹਾਂਗੇ, ਕੰਮ ਕਰਾਂਗੇ ਤਾਂ ਹੀ ਆਪਣਾ ਦੇਸ਼ ਵਧੀਆ ਬਣੇਗਾ। ਭਾਰਤ ਸਦਾਵੇ ਜੱਗ ਤੇ ਸੂਰਜ ਜਹਾਨ ਦਾ, ਵੀ ਸਾਰੇ ਲੋਕ ਸਦਾਵੇ ਮਤਲਬ ਇਹਨੂੰ ਕਹਿਣ ਵੀ ਇਹ ਸੂਰਜ ਹੈ, ਮਤਲਬ ਬਹੁਤ ਉਜਵਲ ਹੈ ਕੌਣ ਜੋ ਲੋਹਾ ਲੈ, ਲੋਹਾ ਲੈ ਵੀ ਇੱਕ ਤਰ੍ਹਾਂ ਨਾਲ ਕਹਾਵਤ ਹੈ, ਵੀ ਮਤਲਬ ਕਿਸੇ ਨਾਲ ਟਕਰਾਉਣਾ। ਤੇਰੇ ਆ ਸਾਹਮਣੇ, ਵੀ ਤੇਰੇ ਨਾਲ ਕੋਈ ਨਹੀਂ ਲੋਹਾ ਲੈ ਸਕਦਾ, ਟਕਰਾ ਸਕਦਾ। ਦੁਨੀਆ ਹੈ ਲੋਹਾ ਮੰਨਦੀ ਹਿੰਦੀ ਜਵਾਨ ਦਾ, ਵੀ ਸਾਰੀ ਦੁਨੀਆ ਤੇਰਾ ਕੀ ਮੰਨਦੀ ਹੈ, ਲੋਹਾ ਮੰਨਦੀ ਹੈ, ਤੂੰ ਇਹੋ ਜਿਹਾ ਹੈਗਾ, ਠੀਕ ਹੈ। ਹਿੰਦ ਦਾ ਨੌਜਵਾਨ, ਭਾਰਤ ਦਾ ਨੌਜਵਾਨ, ਠੀਕ ਹੈ ਬੱਚਿਓ। ਹੁਣ ਕੇਂਦਰੀ ਭਾਵ ਕਿੱਦਾਂ ਲਿਖ ਸਕਦੇ ਹਾਂ, ਵਿਧਾਤਾ ਸਿੰਘ ਧੀਰ ਆਪਣੀ ਨੌਜਵਾਨ ਹਿੰਦੀ ਨੂੰ ਵਿੱਚ ਭਾਰਤੀ ਨੌਜਵਾਨ ਨੂੰ ਕਹਿੰਦਾ ਹੈ ਕਿ ਤੈਨੂੰ ਆਪਣੀ ਮਿਹਨਤ ਨਾਲ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ ਭਰਪੂਰ ਇਹੋ ਜਿਹਾ ਬਣਾ ਦੇਣਾ ਚਾਹੀਦਾ ਹੈ ਕਿ ਸਾਰੀ ਦੁਨੀਆ ਵਿੱਚ ਇਹ ਸੂਰਜ ਵਾਂਗ ਚਮਕੇ, ਠੀਕ ਹੈ ਨਾ। ਤੇ ਨੌਜਵਾਨ ਨੂੰ ਫਿਰ ਕਹਿੰਦੇ ਨੇ ਉਹ ਵੀ, ਤੇਰੀ ਤਾਕਤ ਨਾਲ ਟੱਕਰ ਲੈਣ ਵਾਲਾ ਕੋਈ ਨਹੀਂ, ਕਿਸੇ 'ਚ ਹਿੰਮਤ ਨਹੀਂ, ਸਾਰੀ ਦੁਨੀਆ ਤੇਰੀ ਅਜਿੱਤ ਤਾਕਤ ਨੂੰ ਜਾਣਦੀ ਹੈ, ਤੈਨੂੰ ਮੁਕਾਬਲੇ ਵਿੱਚ ਕੋਈ ਨਹੀਂ ਹਰਾ ਸਕਦਾ, ਠੀਕ ਹੈ ਬੱਚੋ। ਵਾਕਈ ਬਹੁਤ ਬਹਾਦਰ ਕੌਮ ਹੈ ਆਪਣੀ ਭਾਰਤੀਆਂ ਦੀ। ਫਿਰ ਅੱਗੇ ਆ ਗਿਆ ਬੱਚੋ ਪ੍ਰਸ਼ਨ ਉੱਤਰ। ਵਿਧਾਤਾ ਸਿੰਘ ਧੀਰ ਦੀ ਕਵਿਤਾ ਦਾ ਨਾਂ ਨੌਜਵਾਨ ਹਿੰਦੀ ਨੂੰ, ਠੀਕ ਹੈ ਨਾ। ਕੀ ਬਣ ਲਈ ਕਿਹਾ ਨੌਜਵਾਨ ਨੂੰ, ਇੱਕ ਤਰ੍ਹਾਂ ਨਾਲ ਪਰਵਾਨਾ। ਤੇ ਕੀ ਹੱਲਾਸ਼ੇਰੀ ਦਿੰਦਾ ਕਵੀ, ਦੇਸ਼ ਲਈ ਮਰਨ ਦੀ। ਸ਼ਹੀਦ ਹੋ ਕੇ ਨੌਜਵਾਨ ਕਿਸ ਤਰ੍ਹਾਂ ਚਮਕੇਗਾ ਅਸਮਾਨ ਦੇ ਤਾਰੇ ਵਾਂਗ। ਕੌਣ ਦੇਸ਼ ਅਤੇ ਕੌਮ ਦਾ ਨਿਸ਼ਾਨ ਹੈ, ਨੌਜਵਾਨ। ਕਵੀ ਨੌਜਵਾਨ ਨੂੰ ਆਪਣੇ ਦੇਸ਼ ਨੂੰ ਕਿਹੋ ਜਿਹਾ ਬਣਾਉਣ ਲਈ ਕਹਿੰਦਾ ਹੈ, ਸੁਰਗਾਪੁਰੀ ਜਿਹਾ। ਕਵੀ ਅਨੁਸਾਰ ਦੁਨੀਆ ਕਿਸ ਦਾ ਲੋਹਾ ਮੰਨਦੀ ਹੈ, ਹਿੰਦੀ ਨੌਜਵਾਨ ਦਾ ਬੱਚੋ, ਠੀਕ ਹੈ ਨਾ। ਬਹੁਤ ਸੋਹਣੀ ਕਵਿਤਾ ਹੈ। ਦੇਸ਼ ਦੀ ਸੇਵਾ ਕਰਿਆ ਕਰੋ, ਰੱਖਿਆ ਕਰੋ, ਆਪਣੇ ਆਪ ਨੂੰ ਤਰੱਕੀ ਦੇ ਰਾਹਾਂ 'ਤੇ ਲੈ ਕੇ ਜਾਓ, ਠੀਕ ਹੈ ਨਾ, ਤਾਂ ਹੀ ਦੇਸ਼ ਅੱਗੇ ਵਧੇਗਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਧੰਨਵਾਦ ਬੱਚੋ।